ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ, ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾਨੇਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਐਮਕੇ ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 15 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪ੍ਰੋਗਰਾਮ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਆਪਾਂ ਵੱਧਦੇ ਹਾਂ ਕੁਝ ਖਬਰਾਂ ਦੇ ਵੱਲ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲ ਤਖਤ ਸਾਹਿਬ ਸਨਮੁਖ ਮੰਗੀ ਗਈ ਮਾਫੀ ਨੂੰ ਸਿਆਸੀ ਡਰਾਮੇਬਾਜ਼ੀ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸਿੱਖ ਪੰਥ ਬਾਦਲ ਪਰਿਵਾਰ ਨੂੰ ਪੰਥਕ ਸਿਧਾਂਤਾਂ, ਪਰੰਪਰਾਵਾਂ ਅਤੇ ਸੰਸਥਾਵਾਂ ਦੇ ਕੀਤੇ ਘਾਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਪੁਸ਼ਤ-ਪਨਾਹੀ ਕਰਨ ਵਰਗੇ ਬੱਜਰ ਗੁਨਾਹਾਂ ਦੇ ਲਈ ਕਦੇ ਵੀ ਮਾਫ ਨਹੀਂ ਕਰੇਗਾ। ਬਾਜਵਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਮਾਫੀ ਮੰਗਣ ਦਾ ਢੋਂਗ ਇਸ ਲਈ ਕਰਨਾ ਪਿਆ ਕਿਉਂਕਿ ਭਾਜਪਾ ਨੇ ਅਕਾਲੀ ਦਲ ਦੇ ਨਾਲ ਮੁੜ ਸਿਆਸੀ ਗੱਠਜੋੜ ਕਰਨ ਦੇ ਲਈ ਇਹ ਸ਼ਰਤ ਰੱਖੀ ਸੀ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਆ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਕਿਸੇ ਵੀ ਸ਼ਰਤ ਤੇ ਮੁੜ ਗੱਠਜੋੜ ਕਰਨ ਦੇ ਲਈ ਬੜੇ ਚਿਰ ਤੋਂ ਯਤਨਸ਼ੀਲ ਨੇ, ਜਿਸ ਕਰਕੇ ਹੀ ਇਹ ਸ਼ਰਤ ਮੰਨੀ ਗਈ ਹੈ। ਉਹਨਾਂ ਕਿਹਾ ਕਿ ਅੱਜ ਦੀ ਇਹ ਕਾਰਵਾਈ ਅਕਾਲੀ ਭਾਜਪਾ ਗੱਠਜੋੜ ਦੀ ਪਹਿਲੀ ਕੜੀ ਹੈ। ਇਸ ਤੋਂ ਬਾਅਦ ਅਕਾਲੀ ਦਲ ਤੋਂ ਵੱਖ ਹੋਏ ਆਗੂ ਮੁੜ ਆਪਣੀ ਪੁਰਾਣੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਅਤੇ ਅੰਤ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਹੋਵੇਗਾ। ਕਾਂਗਰਸੀ ਆਗੂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਹੈ। ਬੇਸ਼ੱਕ ਕਾਂਗਰਸੀ ਅੱਜ ਜੋ ਮਰਜ਼ੀ ਕਹਿਣ, ਪਰ 5 ਸਾਲ ਸੱਤਾ ਦੇ ਵਿੱਚ ਇਹ ਵੀ ਰਹੇ ਨੇ। ਇਹਨਾਂ ਨੇ ਵੀ ਲੋਕਾਂ ਨੂੰ, ਪੰਥ ਨੂੰ, ਸੰਗਤ ਨੂੰ ਇਹ ਨਹੀਂ ਦੱਸਿਆ ਕਿ ਇਹ ਬੇਅਦਬੀ ਦੇ ਪਿੱਛੇ ਤਾਕਤਾਂ ਕਿਹੜੀਆਂ ਸੀ, ਕਿਹਨਾਂ ਲੋਕਾਂ ਨੇ ਬੇਅਦਬੀ ਕੀਤੀ। ਇਹਨਾਂ ਨੂੰ 4.5 ਸਾਲਾਂ ਬਾਅਦ ਇੰਨਾ ਜ਼ਰੂਰ ਪਤਾ ਲੱਗਿਆ ਕਿ ਸਾਡਾ ਜਿਹੜਾ ਮੁੱਖ ਮੰਤਰੀ ਹੈ ਉਹ ਦੂਜੇ ਪਾਸਿਓਂ ਖੇਡ ਰਿਹਾ, ਤੇ ਇਸ ਕਰਕੇ ਇਹਨਾਂ ਨੇ ਮੁੱਖ ਮੰਤਰੀ ਬਦਲ ਦਿੱਤਾ। ਤੇ ਬਾਜਵਾ ਸਾਹਿਬ, ਤੁਹਾਡੀ ਸਰਕਾਰ ਬਣੀ ਸੀ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੇ ਵਾਅਦੇ ਨੂੰ ਲੈ ਕੇ, ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਨੂੰ ਲੈ ਕੇ, ਪਰ ਤੁਹਾਡੀ ਸਰਕਾਰ ਨੇ ਕੀ ਕੀਤਾ? ਤੁਹਾਨੂੰ ਯਾਦ ਹੋਣਾ ਜਦੋਂ ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲੀ ਸੀ, ਉਸ ਸਮੇਂ ਉਸ ਤੋਂ ਬਾਅਦ ਕਾਂਗਰਸ ਦੀ ਲੀਡਰਸ਼ਿਪ ਉੱਥੇ ਜਾਂਦੀ ਹੈ, ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਲਾਲ ਸਿੰਘ ਤੇ ਸ਼ਾਇਦ ਪ੍ਰਤਾਪ ਸਿੰਘ ਬਾਜਵਾ ਵੀ। ਇਹਨਾਂ ਦੀ ਉੱਥੇ ਫੋਟੋ ਵਾਇਰਲ ਹੋਈ ਸੀ ਜੁੱਤਿਆਂ ਸਣੇ ਲੰਗਰ ਛਕਣ ਵਾਲੀ, ਸ਼ਾਇਦ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ। ਸੋ ਇੱਕ ਸਰਕਾਰ ਦੇ ਕਾਰਜਕਾਲ ਦੇ ਵਿੱਚ ਇਹ ਸਭ ਕੁਝ ਹੋ ਗਿਆ। ਦੂਜੀ ਜਿਹੜੀ ਵਿਰੋਧੀ ਧਿਰ ਹੈ, ਜਿਹੜੀ ਅੱਜ ਵਿਰੋਧੀ ਧਿਰ ਆ, ਉਹਦੀ ਸੱਤਾ ਆਈ, ਉਹਨਾਂ ਨੇ ਵੀ ਕੱਖ ਨਹੀਂ ਕੀਤਾ। ਉਸ ਤੋਂ ਬਾਅਦ ਜਿਹੜੇ ਤੀਜੇ ਆਏ ਹੁਣ ਵਾਲੇ, ਜਦੋਂ 2014-15 ਦੇ ਵਿੱਚ ਗੋਲੀ ਚੱਲੀ ਸੀ, ਉਦੋਂ ਇਹ ਕਹਿੰਦੇ ਹੁੰਦੇ ਸੀਗੇ ਕਿ ਜੇਕਰ ਗੋਲੀ ਚੱਲੀ ਹੈ ਤੇ ਮੁੱਖ ਮੰਤਰੀ ਜ਼ਿੰਮੇਵਾਰ ਹੈ ਜਾਂ ਮੁੱਖ ਮੰਤਰੀ ਹੋਮ ਮਿਨਿਸਟਰ ਨੂੰ ਜਵਾਬ ਦੇਣਾ ਚਾਹੀਦਾ। ਪਰ ਅੱਜ ਹੁਣ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਗੋਲੀ ਚੱਲੀ ਹੈ, ਉੱਥੇ ਹੁਣ ਬਿਕਰਮ ਮਜੀਠੀਆ ਸਾਹਿਬ ਕਹਿ ਰਹੇ ਨੇ ਕਿ ਇਹ ਪਹਿਲਾਂ ਜਦੋਂ ਸਾਨੂੰ ਕਹਿੰਦੇ ਹੁੰਦੇ ਸੀਗੇ ਵੀ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਜ਼ਿੰਮੇਵਾਰ ਆ, ਤੇ ਅੱਜ ਮੁੱਖ ਮੰਤਰੀ ਵੀ ਜ਼ਿੰਮੇਵਾਰ ਹੈ ਜੇਕਰ ਗੁਰਦੁਆਰਾ ਸਾਹਿਬ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਵਿੱਚ ਗੋਲੀ ਚੱਲੀ ਹੈ। ਸੋ ਇਹ ਪਤਾ ਨਹੀਂ ਕਿ ਜ਼ਿੰਮੇਵਾਰ ਕੌਣ ਆ ਜਾਂ ਕੌਣ ਨਹੀਂ ਆ, ਪਰ ਪੰਜਾਬ ਦੇ ਲੋਕਾਂ ਨੂੰ ਇੰਨਾ ਜ਼ਰੂਰ ਪਤਾ ਹੈ ਕਿ ਤੁਸੀਂ ਇਹਨਾਂ ਸਾਰੇ ਮੁੱਦਿਆਂ ਤੇ, ਇਹਨਾਂ ਸਾਰੇ ਮਸਲਿਆਂ ਤੇ ਲੋਕਾਂ ਨੂੰ ਨਿਆਂ ਦੇਣ ਦੀ ਬਜਾਏ ਸਿਆਸੀ ਰੋਟੀਆਂ ਸੇਕ ਰਹੇ ਹੋ, ਔਰ ਉਹ ਕੰਮ ਤੁਸੀਂ ਬੜੇ ਸ਼ਿੱਦਤ ਦੇ ਨਾਲ, ਬੜੇ ਚੰਗੇ ਤਰੀਕੇ ਨਾਲ ਕਰ ਰਹੇ ਹੋ। ਉਸ ਕੰਮ ਦੇ ਵਿੱਚ ਘੱਟ ਕੋਈ ਨਹੀਂ, ਨਾ ਅਕਾਲੀ ਦਲ ਹੈ। ਜਦੋਂ ਕਾਂਗਰਸ ਨੇ ਸਭ ਤੋਂ ਮੁਕੱਦਸ ਸਥਾਨ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ, ਤਾਂ ਇਹੀ ਅਕਾਲੀ ਦਲ ਉਹਨੂੰ ਸਿੱਖਾਂ ਦੀ ਖੂਨ ਪੀਣੀ ਜਮਾਤ, ਸਿੱਖਾਂ ਦੇ ਕਾਤਲ ਕਹਿੰਦਾ ਰਿਹਾ। ਪਰ ਬਾਅਦ ਦੇ ਵਿੱਚ ਆਪਾਂ ਦੇਖਿਆ ਕਿ ਅਕਾਲੀ ਦਲ ਤੇ ਵੀ ਕਿੰਨੇ ਸੰਗੀਨ ਦੋਸ਼ ਲੱਗੇ। ਸੋ ਕੁੱਲ ਮਿਲਾ ਕੇ ਤੱਤਸਾਰ ਕਹਾਣੀ ਦਾ ਇਹੀ ਹੈ ਕਿ ਆ ਜੋ ਮਰਜ਼ੀ ਜਾਵੇ ਪੰਜਾਬ ਦੀ ਸੱਤਾ ਤੇ ਗੱਦੀ ਤੇ ਬਹਿ ਜੇ, ਪਰ ਸਿੱਖਾਂ ਨੂੰ ਨਿਆਂ ਦੇਣ ਵਾਲੀ ਗੱਲ, ਸਿਸਟਮ ਦੇ ਵਿੱਚੋਂ ਅਸਲ ਇਨਸਾਫ ਦੀ ਗੱਲ, ਨਿਆਂ ਦੀ ਗੱਲ, ਇਹ ਕਰਨ ਵਾਲੇ ਬਹੁਤ ਘੱਟ ਲੋਕ ਨੇ। ਕਿਉਂਕਿ ਇਹ ਗੱਲ ਕਰਨ ਦੇ ਲਈ ਰੀੜ੍ਹ ਦੀ ਹੱਡੀ ਚਾਹੀਦੀ ਹੈ, ਤੇ ਉਹ ਜਦੋਂ ਕੋਈ ਸਹੁੰ ਚੁੱਕ ਲੈਂਦਾ, ਉਹ ਸਭ ਤੋਂ ਪਹਿਲਾਂ ਕੰਮ ਹੀ ਇਹ ਕਰਦੇ ਆ ਕਿ ਪਹਿਲਾਂ ਰੀੜ੍ਹ ਦੀ ਹੱਡੀ ਕੱਢਦੇ ਆ। ਖੈਰ, ਇਸੇ ਗੱਲ ਨੂੰ ਆਪਾਂ ਅੱਗੇ ਤੋਰਦੇ ਹਾਂ ਪੰਥਕ ਹਲਕਿਆਂ ਨੂੰ ਲੈ ਕੇ।
ਕਿਉਂਕਿ ਇਸ ਵੇਲੇ ਜੋ ਚਰਚਾ ਚੱਲ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਰਮਿਆਨ ਏਕਤਾ ਜਾਂ ਰਲੇਵੇਂ ਦੇ ਅਸਾਰ ਬਣਦੇ ਜਾਂਦੇ ਨੇ। ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸਿੱਖ ਪੰਥ ਤੋਂ ਮਾਫੀ ਮੰਗੇ ਜਾਣ ਤੋਂ ਬਾਅਦ ਹੁਣ ਬਾਦਲਾਂ ਦੇ ਸਿਆਸੀ ਵਿਰੋਧੀ ਸੁਖਦੇਵ ਸਿੰਘ ਢੀਂਡਸਾ ਦੇ ਸੁਰ ਢਿੱਲੇ ਪੈ ਗਏ ਨੇ। ਢੀਂਡਸਾ ਨੇ ਛੋਟੇ ਬਾਦਲ ਵੱਲੋਂ ਪੰਥ ਤੋਂ ਮਾਫੀ ਮੰਗੇ ਜਾਣ ਦੇ ਮੁੱਦੇ ਤੇ ਟਿੱਪਣੀ ਕਰਦਿਆਂ ਇਹ ਗੱਲ ਕਹੀ ਹੈ ਕਿ ਪਾਰਟੀ ਵੱਲੋਂ ਮੰਗ ਕੀਤੀ ਗਈ ਸੀ ਕਿ ਜੇਕਰ ਪੰਥਕ ਏਕਤਾ ਜ਼ਰੂਰੀ ਹੈ ਤਾਂ ਸੁਖਬੀਰ ਸਿੰਘ ਬਾਦਲ ਅਕਾਲੀ ਭਾਜਪਾ ਸਰਕਾਰ ਵੇਲੇ ਹੋਈਆਂ ਗਲਤੀਆਂ ਦੀ ਖਿਮਾ ਜਾਚਨਾ ਕਰਨ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਮਾਫੀ ਮੰਗੇ ਜਾਣ ਤੋਂ ਬਾਅਦ ਇਸ ਮਾਮਲੇ ਤੇ ਵਿਚਾਰ ਦੇ ਲਈ ਪਾਰਟੀ ਦੀ ਮੀਟਿੰਗ ਬੁਲਾਈ ਜਾਵੇਗੀ ਤੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਢੀਂਡਸਾ ਨੇ ਪਿਛਲੇ ਦਿਨੀ ਇਹ ਐਲਾਨ ਕੀਤਾ ਸੀਗਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਗਲਤੀਆਂ ਦੀ ਮਾਫੀ ਮੰਗ ਲੈਂਦੇ ਨੇ ਤਾਂ ਪਾਰਟੀ ਵੱਲੋਂ ਏਕਤਾ ਦੇ ਮਾਮਲੇ ਤੇ ਵਿਚਾਰ ਕੀਤਾ ਜਾਵੇਗਾ। ਚਰਚਾ ਇਹ ਵੀ ਹੈ ਕਿ ਸੁਖਬੀਰ ਬਾਦਲ ਨੇ ਤਾਜ਼ਾ ਹਾਲਾਤ ਦੇ ਵਿੱਚ ਪਾਰਟੀ ਦੇ ਸਿਆਸੀ ਨਿਘਾਰ ਨੂੰ ਰੋਕਣ ਦੇ ਲਈ ਪੰਥਕ ਏਕਤਾ ਦਾ ਰਾਹ ਪੱਧਰਾ ਕਰਨ ਦੇ ਖਾਤਰ ਸਿੱਖ ਕੌਮ ਤੋਂ ਮਾਫੀ ਮੰਗੀ ਹੈ। ਸੂਤਰਾਂ ਦੇ ਮੁਤਾਬਕ ਢੀਂਡਸਾ ਅਤੇ ਬਾਦਲ ਪਰਿਵਾਰ ਦੇ ਹਮਾਇਤੀਆਂ ਵੱਲੋਂ ਲੰਮੇ ਸਮੇਂ ਤੋਂ ਦੋਵੇਂ ਦਲਾਂ ਦੇ ਦਰਮਿਆਨ ਏਕਤਾ ਕਰਵਾਉਣ ਦੇ ਯਤਨ ਤੇਜ਼ ਕੀਤੇ ਜਾ ਰਹੇ ਨੇ ਤੇ ਹੁਣ ਸੁਖਬੀਰ ਬਾਦਲ ਦੀ ਮਾਫੀ ਤੋਂ ਬਾਅਦ ਇਹਨਾਂ ਯਤਨਾਂ ਨੂੰ ਬੂਰ ਪੈਂਦਾ ਦਿਖਾਈ ਦੇ ਰਿਹਾ। ਦੇਖਿਆ ਜਾਵੇ ਤਾਂ ਬੇਅਦਬੀ ਦੇ ਦੋਸ਼ ਲੱਗਣ ਤੋਂ ਬਾਅਦ ਹੁਣ ਤੱਕ ਅਕਾਲੀ ਦਲ ਅਤੇ ਬਾਦਲ ਪਰਿਵਾਰ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰਦੇ ਆ ਰਹੇ ਨੇ। ਹੁਣ ਇਹ ਜਿਹੜੇ ਰੁੱਸੇ ਸਨ ਢੀਂਡਸਾ ਸਾਹਿਬ ਹੋਣੀ, ਇਹ ਭਾਜਪਾ ਦੇ ਨਾਲ ਜਾ ਰਹੇ ਸਨ, ਇਹਨਾਂ ਨੇ ਅਕਾਲੀ ਦਲ ਸੰਯੁਕਤ ਬਣਾ ਲਿਆ, ਵੋਟਾਂ ਲੜ ਕੇ ਦੇਖ ਲਈਆਂ, ਚੋਣਾਂ ਲੜ ਕੇ ਦੇਖ ਲਈਆਂ। ਪੰਜਾਬ ਦੇ ਕਿਸੇ ਵੀ ਮੁੱਦੇ ਤੇ ਅੱਜ ਇਹਨਾਂ ਦੇ ਆਗੂ ਗੁੱਸਾ ਕਰਨਗੇ। ਅੱਜ ਅਕਾਲੀ ਦਲ ਸੰਯੁਕਤ ਜਿਹਨੂੰ ਸੁਖਦੇਵ ਸਿੰਘ ਢੀਂਡਸਾ ਚਲਾ ਰਹੇ ਨੇ, ਉਹਨਾਂ ਦੇ ਸੰਗੀ ਸਾਥੀ ਚਲਾ ਰਹੇ ਨੇ, ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਮੈਂਬਰੀ ਲੜਨ ਤੱਕ ਦੀ ਜਿਹੜੀ ਪਹੁੰਚ ਆ ਉਹ ਵੀ ਬੜੀ ਔਖੀ ਆ। ਕਿ ਇੱਕ ਮੁੱਦਾ ਦੱਸ ਦੇਣ ਅਕਾਲੀ ਦਲ ਸੰਯੁਕਤ ਵਾਲੇ, ਢੀਂਡਸਾ ਵਾਲੇ, ਕਿ ਅਸੀਂ ਪੰਜਾਬ ਦੇ ਆਹ ਮੁੱਦੇ ਨੂੰ ਲੈ ਕੇ ਸਟਰਗਲ ਕੀਤੀ ਹੈ, ਲੋਕਾਂ ਨੂੰ ਜਾਗਰੂਕ ਕੀਤਾ, ਲੋਕਾਂ ਦੇ ਲਈ ਆਵਾਜ਼ ਬੁਲੰਦ ਕੀਤੀ ਹੈ, ਚੋਣਾਂ ਲੜ ਲਈਆਂ, ਉਦੋਂ ਬਾਅਦ ਖੇਮਿਆਂ ਦੇ ਵਿੱਚ ਨਿੱਲ ਬਟਾ ਸਨਾਟਾ। ਦਿੱਲੀ ਦੇ ਮੂੰਹ ਨਹੀਂ ਝਾਕੀ ਜਾਂਦੇ ਰਹਿੰਦੇ ਸਾਡੇ ਆਗੂ ਕਿ ਦਿੱਲੀ ਕੀ ਕਹੂਗੀ, ਉਧਰੋਂ ਦੇਸ਼ ਕੀ ਆਉਂਦਾ, ਕੀ ਟਿੱਪਣੀ ਕਰਨੀ ਹੈ। ਬਸ ਜਿਹੜੀ ਟਿੱਪਣੀ ਉਹਨਾਂ ਨੂੰ ਸੋਹੰਦੀ ਆ, ਉਹਨਾਂ ਨੂੰ ਸੂਟ ਕਰਦੀ ਆ, ਉਹਨਾਂ ਦੀ ਰਾਜਨੀਤੀ ਨੂੰ ਸੂਟ ਕਰਦੀ ਆ, ਉਹ ਟਿੱਪਣੀ ਜੀ ਕਰ ਦਿੰਦੇ ਆ। 15-20 ਦਿਨਾਂ ਬਾਅਦ ਕੋਈ ਪੰਥਕ ਖਬਰ ਦੇ ਉੱਤੇ ਜਾਂ ਪੰਥਕ ਮਸਲੇ ਉੱਤੇ ਕੋਈ ਟਿੱਪਣੀ ਕਰ ਦਿੰਦਾ, ਬਾਦਲ ਪਰਿਵਾਰ ਨੂੰ ਘੇਰਾ ਪਾ ਲੈਂਦੇ ਆ। ਮਸਲਾ ਇਹ ਨਹੀਂ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ, ਮਸਲਾ ਤਾਂ ਇਹ ਵੀ ਹੈ ਜਵਾਬਦੇਹੀ ਤੁਹਾਡੀ ਵੀ ਬਣਦੀ ਹੈ। ਤੁਸੀਂ ਜਦੋਂ ਜਿਹੜੀ ਗੱਲ ਨੂੰ ਲੈ ਕੇ ਅਲੱਗ ਹੋਏ ਸੀ ਕਿ ਮਾਫੀ ਮੰਗੀ ਜਾਵੇ, ਨਿਆਂ ਮਿਲੇ ਲੋਕਾਂ ਨੂੰ, ਸੰਗਤ ਨੂੰ ਪਤਾ ਲੱਗੇ ਕਿ ਗੁਨਾਹਗਾਰ ਕੌਣ ਹੈ, ਕੀ ਪਤਾ ਲੱਗ ਗਿਆ? ਸਿਰਫ ਇਹ ਹੈ ਕਿ ਬਸ ਇੱਕ ਬਹਾਨਾ ਜਿਹਾ ਤਿਆਰ ਕਰ ਲੈਣਾ ਕਿ ਬਈ ਸਾਨੂੰ ਬਸ ਅੰਦਰ ਵੜਨ ਜੋਗੇ, ਅਸੀਂ ਬਾਦਲਾਂ ਦੇ ਘਰੇ ਵੜਨ ਜੋਗੇ ਹੋ ਜਾਈਏ, ਬਸ ਇਦੂ ਅੱਗੇ ਰੱਬ ਰਾਖਾ ਤੇ ਇਦੂ ਅੱਗੇ ਦੇਖੀ ਜਾਊਗੀ, ਜੇ ਕੋਈ ਟਿਕਟ ਟੁਕਟ ਮਿਲੂਗੀ ਤਾਂ ਚੋਣ ਲੜ ਲਾਂਗੇ। ਮਤਲਬ ਕਿ ਹਰ ਚੀਜ਼ ਦੇ ਵਿੱਚ ਸਿਆਸਤ, ਹਰ ਗੱਲ ਦੇ ਵਿੱਚ ਸਿਆਸਤ, ਸਿਆਸੀ ਜਮਾਂ ਜੋੜ ਘਟਾਓ, ਸਿਆਸੀ ਜਰਬਾਂ ਤਕਸੀਮਾਂ, ਸਿਆਸੀ ਗੱਲਾਂ ਕਰਨੀਆਂ ਇਹਨਾਂ ਨੇ ਕਿ ਬਈ ਕਿਹੜਾ ਬੰਦਾ ਕਿੱਥੇ ਖੜਦਾ ਤੇ ਕਿੱਥੇ ਖੜ ਕੇ ਉਹਨੂੰ ਕਿੰਨਾ ਕੁ ਲਾਹਾ ਮਿਲਦਾ। ਇਸ ਤੋਂ ਅੱਗੇ ਕੁਛ ਨਹੀਂਗਾ। ਜਿਹੜੇ ਲੋਕ ਬਾਦਲਾਂ ਤੋਂ ਅੱਡ ਹੋਏ ਸੀ ਉਦੋਂ ਇਹਨਾਂ ਨੇ ਬਥੇਰਾ ਕੁਛ ਕਿਹਾ ਸੀ, ਪਰ ਕੀ ਅੱਜ ਸਿਰਫ ਬੇਅਦਬੀ ਦੇ ਮੁੱਦੇ ਤੇ ਹੀ ਮਾਫੀ ਮੰਗਣ ਕਰਕੇ ਤੁਹਾਨੂੰ ਇਹ ਹੋ ਗਿਆ ਕਿ ਅਸੀਂ ਨੇੜੇ ਲੱਗਦੇ ਹਾਂ? ਸੋ ਇਹ ਹੁਣ ਅਕਾਲੀ ਦਲ, ਜੇ ਆਪਾਂ ਦਿੱਲੀ ਦੀ ਗੱਲ ਕਰੀਏ ਸਿੱਖ ਸਿਆਸਤ ਦੀ, ਤਾਂ ਹੁਣ ਉਹਨੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਜਿਹੜੀ ਮਾਫੀ ਮੰਗੀ ਗਈ ਆ, ਹੁਣ ਦਿੱਲੀ ਦੀ ਸਿੱਖ ਸਿਆਸਤ ਵੀ ਗਰਮਾ ਗਈ ਹੈ। ਪੰਜਾਬ ਤੇ ਦਿੱਲੀ ਦੇ ਵਿੱਚ ਸੱਤਾ ਤੋਂ ਬਾਹਰ ਬਾਦਲ ਧੜੇ ਦੇ ਲਈ ਇਹ ਮਾਫੀ ਅਹਿਮ ਸਾਬਤ ਹੋ ਸਕਦੀ ਹੈ। ਬੇਅਦਬੀਆਂ ਦੇ ਮੁੱਦੇ ਤੇ ਬਾਦਲ ਪਰਿਵਾਰ ਨੂੰ ਲਗਾਤਾਰ ਕੋਸਣ ਵਾਲੇ ਪਰਮਜੀਤ ਸਿੰਘ ਸਰਨਾ ਨੇ ਵੀ ਸੁਖਬੀਰ ਬਾਦਲ ਦੇ ਫੈਸਲੇ ਨੂੰ ਚੰਗਾ ਅਮਲ ਕਰਾਰ ਦਿੱਤਾ ਹੈ। ਸਰਨਾ ਨੇ ਇਹ ਗੱਲ ਕਹੀ ਹੈ ਕਿ ਅਹਿਮ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਸੁਖਬੀਰ ਬਾਦਲ ਨੇ 2015 ਦੇ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਪੰਥਕ ਸਰਕਾਰ ਹੋਣ ਦੇ ਬਾਵਜੂਦ ਦੋਸ਼ੀ ਫੜੇ ਨਾ ਜਾਣ ਅਤੇ ਸੱਤਾ ਦੇ ਵਿੱਚ ਰਹਿੰਦਿਆਂ ਹੋਈਆਂ ਭੁੱਲਾਂ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਨਤਮਸਤਕ ਹੋ ਕੇ ਪੰਥ ਕੋਲੋਂ ਮਾਫੀ ਮੰਗੀ ਹੈ। ਮੰਨਿਆ ਜਾ ਰਿਹਾ ਕਿ ਇਸ ਦੇ ਨਾਲ ਦਿੱਲੀ ਦੇ ਵਿੱਚ ਬਾਦਲ ਧੜਾ ਸੱਤਾ ਸੰਭਾਲਣ ਦਾ ਮੌਕਾ ਬਣਾ ਸਕਦਾ ਹੈ। ਸਮਝੋ ਬਾਹਰ ਦੀ ਗੱਲ ਇਹ ਹੈ ਕਿ ਕਿਸ ਲਿਹਾਜ਼ ਦੇ, ਕਿਸ ਬਿਨਾਹ ਦੇ ਉੱਤੇ, ਕਿਸ ਆਧਾਰ ਦੇ ਉੱਤੇ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜੀ ਮਾਫੀ ਮੰਗ ਲਈ ਗਈ ਆ। ਬਹੁਤ ਸਾਰੇ ਲੋਕ ਇਹ ਕਹਿ ਰਹੇ ਸੀ ਕਿ ਮਸਲਾ ਇਕੱਲੀ ਮਾਫੀ ਦਾ ਨਹੀਂ ਹੈ। ਠੀਕ ਹੈ, ਮਾਫੀ ਮੰਗੀ ਗਈ ਹੈ, ਪਰ ਮਸਲੇ ਹੋਰ ਬਥੇਰੇ ਨੇ। ਕਿ ਹੁਣ ਪਤਾ ਲੱਗ ਗਿਆ ਕਿ ਬੇਅਦਬੀ ਕਿਹਨੇ ਕੀਤੀ ਹੈ, ਕਿ 90 ਲੱਖ ਸ਼੍ਰੋਮਣੀ ਕਮੇਟੀ ਦਾ ਵੀ ਕਿਸੇ ਦੇ ਘਰੋਂ ਕਰਾਇਆ ਜਾਊਗਾ, ਕਿ ਉਹਦੇ ਕਹਿਣ ਤੇ ਬਈ ਇਹ ਇਸ਼ਤਿਹਾਰ ਦਿੱਤੇ ਗਏ ਸੀ, ਕਿ ਜਿਹੜੇ ਲੋਕਾਂ ਨੂੰ, ਜਿਹੜੇ ਬੰਦੀ ਸਿੰਘਾਂ ਨੂੰ ਅੱਜ ਆਪਾਂ ਰਿਹਾਈ ਦੀ ਗੱਲ ਕਰਦੇ ਹਾਂ, ਕਿ ਉਹਨਾਂ ਦੇ ਪਰਿਵਾਰਾਂ ਨੂੰ ਕੋਹ ਕੇ ਮਾਰਨ ਵਾਲਿਆਂ ਨੂੰ ਜਿਨ੍ਹਾਂ ਨੇ ਉਪਾਧੀਆਂ ਕੀ ਦਿੱਤੀਆਂ ਸੀ, ਕਿ ਉਹਨਾਂ ਦੀ ਮਾਫੀ ਮੰਗੀ ਜਾਊਗੀ, ਕਿ ਪੰਜਾਬ ਦੇ ਵਿੱਚ ਕੇਬਲ ਮਾਫੀਆ ਦੀ ਲੁੱਟ ਦਾ ਰਾਹ ਪੱਧਰਾ ਕਰਨ ਦੇ ਲਈ ਮਾਫੀ ਮੰਗੀ ਜਾਊਗੀ, ਕਿ ਰੇਤ ਮਾਫੀਏ ਦੀ ਜਿਹੜੀ ਲੁੱਟ ਰੇਤ ਮਾਫੀਆ ਰਾਹੀਂ ਕੀਤੀ ਗਈ ਹੈ ਕਿ ਉਹਦੀ ਮਾਫੀ ਮੰਗੀ ਜਾਊਗੀ। ਸੋ ਇੱਥੇ ਵੀ ਹੁਣ ਜਿਹੜੀ ਪੰਥਕ ਸਿਆਸਤ ਆ ਉਹ ਵੀ ਬਸ ਬਾਦਲਾਂ ਦੇ ਮੂੰਹ ਨਹੀਂ ਦੇਖੀ ਜਾਂਦੀ ਹੈ ਕਿ ਪੰਥਕ ਸਿਆਸਤ
ਕਿ ਉਹ ਕਰਨਗੇ ਕਿ ਜੇਕਰ ਉਹ ਕੁਛ ਚੰਗਾ ਕਰਨ ਤਾਂ ਸਾਨੂੰ ਥੋੜ੍ਹਾ ਜਿਹਾ ਉਹਨਾਂ ਦੇ ਨਾਲ ਰਲਣ ਦਾ ਮੌਕਾ ਮਿਲ ਜਾਵੇ। ਜਿਹੜੀ ਅਸਲ ਗੱਲ ਆ ਉਹ ਇਹ ਹੈ ਕਿ ਅਸਲ ਦੇ ਵਿੱਚ ਅਸੀਂ ਸਿਰਫ ਇਸ ਗੱਲ ਤੇ ਜ਼ੋਰ ਦਿੱਤਾ ਕਿ ਬਾਦਲ ਪਰਿਵਾਰ ਮਾਫ਼ੀ ਮੰਗੇ। ਅਸੀਂ ਤਾਕਤਾਂ ਨੂੰ, ਸਿਸਟਮ ਨੂੰ ਇਸ ਗੱਲ ਲਈ ਮਜਬੂਰ ਨਹੀਂ ਕੀਤਾ ਕਿ ਸਾਨੂੰ ਨਿਆਂ ਮਿਲਣਾ ਚਾਹੀਦਾ ਹੈ। ਇੱਕ ਧਿਰ ਤੋਂ ਗੁਨਾਹ ਹੋ ਗਿਆ, ਅਸੀਂ ਉਸ ਪੈਰ ਤੇ, ਉਸ ਲੱਤ ਤੇ ਹੀ ਖੜੇ ਰਹੇ। ਖੈਰ ਹੁਣ ਦੂਜੇ ਪਾਸੇ ਮਨਜੀਤ ਸਿੰਘ ਭੋਮਾ ਹੋਣੀ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨੇੜਲੇ ਸਾਥੀ ਭਾਈ ਮੋਹਕਮ ਸਿੰਘ, ਡਾਕਟਰ ਭਗਵਾਨ ਸਿੰਘ ਤੇ ਸਤਨਾਮ ਸਿੰਘ ਮਨਾਵਾਂ ਨੇ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਸਨਮੁਖ ਜਥੇਦਾਰ ਦੇ ਅਧਿਕਾਰ ਖੇਤਰ ਨੂੰ ਚੁਣੌਤੀ ਦੇ ਕੇ ਜੋ ਧਾਰਮਿਕ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ, ਉਸ ਦੇ ਲਈ ਸੁਖਬੀਰ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਪੰਥਕ ਰਵਾਇਤਾਂ ਦੇ ਮੁਤਾਬਕ ਸਖਤ ਸਜ਼ਾ ਦਿੱਤੀ ਜਾਵੇ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਭੋਮਾ ਤੇ ਹੋਰ ਆਗੂਆਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਖੁਦ ਨੂੰ ਅਕਾਲ ਤਖ਼ਤ ਸਾਹਿਬ ਦਾ ਸੁਪਰ ਜਥੇਦਾਰ ਬਣਨ ਦੀ ਕੋਸ਼ਿਸ਼ ਕਰਦਿਆਂ ਆਪੇ ਦੋਸ਼ੀ ਤੇ ਆਪੇ ਜੱਜ ਬਣ ਕੇ ਖੁਦ ਨੂੰ ਮਾਫ ਕਰਨ ਦਾ ਸਿਆਸੀ ਡਰਾਮਾ ਕੀਤਾ। ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਅਕਾਲ ਤਖ਼ਤ ਦੇ ਸਨਮੁਖ ਕੀਤੀ ਗਈ ਇਸ ਡਰਾਮੇਬਾਜ਼ੀ ਦਾ ਤਿੱਖਾ ਨੋਟਿਸ ਲਿਆ ਜਾਵੇ, ਕਿਉਂਕਿ ਉਸਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਤੋਹੀਨ ਕੀਤੀ ਹੈ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਪੰਥਕ ਰਵਾਇਤਾਂ ਤੇ ਪੰਥਕ ਸਿਧਾਂਤਾਂ ਦਾ ਜੋ ਘਾਣ ਕੀਤਾ ਗਿਆ ਉਹ ਮਾਫ ਕਰਨ ਯੋਗ ਨਹੀਂ ਹੈ। ਆਪਾਂ ਵਧਦੇ ਹਾਂ ਅਗਲੀ ਖਬਰ ਦੇ ਵੱਲ। ਜਲੰਧਰ ਦੀ ਗੱਲ ਕਰਦੇ ਹਾਂ। ਜਲੰਧਰ ਦੇ ਵਿੱਚ ਬੱਸ ਸਟੈਂਡ ਦੇ ਨੇੜੇ 3 ਮੋਟਰਸਾਈਕਲ ਸਵਾਰਾਂ ਨੇ ਕਾਰ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ, ਪਰ ਇਸ ਕਰਕੇ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ ਹੈ। ਹਮਲਾਵਰਾਂ ਨੇ ਕਾਰ ਤੇ 5 ਗੋਲੀਆਂ ਚਲਾਈਆਂ। ਇਸ ਖਬਰ ਤੋਂ ਬਾਅਦ, ਇਸ ਘਟਨਾ ਤੋਂ ਵਾਪਰਨ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਜਿਹੜੀ ਆ ਉਹ ਪਾਈ ਜਾ ਰਹੀ ਹੈ। ਉਧਰ ਦੂਜੇ ਪਾਸੇ ਜੇ ਚਰਚਾ ਕਰੀਏ ਤਾਂ ਪੰਜਾਬ ਦੇ 22 ਲੱਖ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਨਹੀਂ ਮਿਲੀ। ਮਿਨਿਸਟਰੀਅਲ ਮੁਲਾਜ਼ਮਾਂ ਦੀ ਹੜਤਾਲ ਕਰਕੇ ਇਹ ਬਜ਼ੁਰਗਾਂ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ। ਅੱਜ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਲੱਗੀ ਖਬਰ ਦੇ ਮੁਤਾਬਕ ਪੰਜਾਬ ਦੇ ਕਰੀਬ 22 ਲੱਖ ਤੋਂ ਵੱਧ ਬਜ਼ੁਰਗਾਂ ਨੂੰ ਨਵੰਬਰ ਮਹੀਨੇ ਦੀ ਬੁਢਾਪਾ ਪੈਨਸ਼ਨ ਨਹੀਂ ਮਿਲੀ, ਜਿਸ ਕਰਕੇ ਉਹਨਾਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਨੇ। ਬੁਢਾਪਾ ਪੈਨਸ਼ਨਾਂ ਵੀ ਬੀਤੀ 8 ਨਵੰਬਰ ਤੋਂ ਚੱਲ ਰਹੀ ਮਿਨਿਸਟਰੀਅਲ ਮੁਲਾਜ਼ਮਾਂ ਦੀ ਹੜਤਾਲ ਦੀ ਭੇਂਟ ਚੜ੍ਹ ਗਈਆਂ ਨੇ। ਵੱਡੀ ਗਿਣਤੀ ਬਜ਼ੁਰਗਾਂ ਦੀਆਂ ਲੋੜਾਂ ਇਸ ਪੈਨਸ਼ਨ ਤੋਂ ਪੂਰੀਆਂ ਹੁੰਦੀਆਂ ਨੇ ਤੇ ਪੈਨਸ਼ਨ ਨਾ ਆਉਣ ਕਰਕੇ ਉਹਨਾਂ ਦੇ ਲਈ ਗੁਜ਼ਾਰੇ ਕਰਨੇ ਮੁਸ਼ਕਲ ਹੋ ਚੁੱਕੇ ਨੇ। ਦਸੰਬਰ ਦਾ ਅੱਧਾ ਮਹੀਨਾ ਬੀਤ ਚੁੱਕਿਆ, ਪਰ ਇਹਨਾਂ ਬਜ਼ੁਰਗਾਂ ਦੇ ਬੈਂਕ ਖਾਤੇ ਪੈਨਸ਼ਨ ਦੀ ਉਡੀਕ ਕਰ ਰਹੇ ਨੇ। ਉਂਝ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ 32,92,000 ਲਾਭਪਾਤਰੀਆਂ ਨੂੰ ਹਰ ਮਹੀਨੇ ਪੈਨਸ਼ਨ ਭੇਜੀ ਜਾਂਦੀ ਹੈ, ਜਿਨ੍ਹਾਂ ਦੇ ਵਿੱਚ ਬੁਢਾਪਾ ਪੈਨਸ਼ਨ ਸਮੇਤ ਵਿਧਵਾ ਅਤੇ ਬੇਸਹਾਰਾ ਔਰਤਾਂ ਦੇ ਲਈ ਪੈਨਸ਼ਨ ਅਤੇ ਅਪਾਹਜ ਵਿਅਕਤੀਆਂ ਦਾ ਅੰਕੜਾ ਵੀ ਸ਼ਾਮਲ ਹੈ। ਆਪ ਸਰਕਾਰ ਦੇ ਕਾਰਜਕਾਲ ਦੇ 12 ਮਹੀਨਿਆਂ ਦੇ ਦੌਰਾਨ ਇਹ ਪਹਿਲਾ ਮੌਕਾ ਹੈ ਜਦੋਂ ਸਮਾਜਿਕ ਸੁਰੱਖਿਆ ਵਿਭਾਗ ਦੇ ਪੈਨਸ਼ਨਰਾਂ ਨੂੰ ਉਡੀਕ ਕਰਨੀ ਪਈ ਹੈ। ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਪ੍ਰਤੀ ਮਹੀਨਾ 1500 ਰੁਪਏ ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਹੈ। ਬਠਿੰਡਾ ਦੇ ਪਿੰਡ ਮਾੜੀ ਦੇ ਸਾਬਕਾ ਸਰਪੰਚ ਧਰਮ ਸਿੰਘ ਮਾਨ ਦਾ ਕਹਿਣਾ ਹੈ ਕਿ ਪਿੰਡ ਦੇ ਬਜ਼ੁਰਗ ਰੋਜ਼ਾਨਾ ਬੈਂਕ ਦੇ ਗੇੜੇ ਕੱਢਦੇ ਨੇ। ਮਾਛੀਵਾੜਾ ਦੇ ਬਜ਼ੁਰਗ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਇਸ ਹਫ਼ਤੇ ਦੇ ਦੌਰਾਨ ਬੈਂਕ ਦੇ 3 ਚੱਕਰ ਲਾ ਚੁੱਕੇ ਨੇ, ਪਰ ਹਾਲੇ ਤੱਕ ਖਾਤੇ ਦੇ ਵਿੱਚ ਪੈਨਸ਼ਨ ਨਹੀਂ ਆਈ। ਇਸੇ ਤਰ੍ਹਾਂ ਖੰਨਾ ਦੀ ਇੱਕ ਵਿਧਵਾ ਆਸ਼ਾ ਰਾਣੀ ਨੇ ਵੀ ਪੈਨਸ਼ਨ ਨਾ ਆਉਣ ਕਰਕੇ ਵਧੀਆਂ ਦਿੱਕਤਾਂ ਬਾਰੇ ਦੱਸਿਆ। ਗੁਰਦਾਸਪੁਰ ਦੇ ਨਵੇਂ ਪੈਨਸ਼ਨਰ ਅਮਰਜੀਤ ਸਿੰਘ ਭਾਟੀਆ ਦਾ ਕਹਿਣਾ ਹੈ ਕਿ ਹੜਤਾਲ ਕਰਕੇ ਉਹਨਾਂ ਦੇ ਛੁੱਟੀਆਂ ਦੇ ਐਨਕੈਸ਼ਮੈਂਟ ਦੇ ਬਕਾਏ ਅਤੇ ਜੀਪੀਐਫ ਦੇ ਬਕਾਏ ਵੀ ਰੁਕੇ ਹੋਏ ਨੇ। ਉਧਰ ਦੂਜੇ ਪਾਸੇ ਜਿਹੜੇ ਮੰਤਰੀ ਨੇ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ, ਉਹ ਕਹਿ ਰਹੇ ਨੇ ਕਿ ਉਹ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਨੇ ਅਤੇ ਜਲਦੀ ਹੀ ਪੈਨਸ਼ਨ ਵੰਡੇ ਜਾਣ ਨੂੰ ਯਕੀਨੀ ਬਣਾਉਣ ਵਾਸਤੇ ਯਤਨ ਕਰ ਰਹੇ ਨੇ ਅਤੇ ਵਿਭਾਗ ਲਗਾਤਾਰ ਇਸ ਕੰਮ ਦੇ ਲਈ ਯਤਨਸ਼ੀਲ ਹੈ। ਉਹਨਾਂ ਨੇ ਇਸ ਵਾਸਤੇ ਮੀਟਿੰਗ ਰੱਖੀ ਹੈ। ਉਧਰ ਦੂਜੇ ਪਾਸੇ ਸਕੱਤਰੇ ਸਟਾਫ ਦੇ ਜਿਹੜੇ ਐਸੋਸੀਏਸ਼ਨ ਆ ਉਹਦੇ ਚੇਅਰਮੈਨ ਨੇ ਸੁਖਚੈਨ ਖੇੜਾ, ਉਹ ਕਹਿ ਰਹੇ ਨੇ ਕਿ ਉਹ ਨਹੀਂ ਚਾਹੁੰਦੇ ਕਿ ਹੜਤਾਲ ਕਰਕੇ ਆਮ ਆਦਮੀ ਤੇ ਖਾਸ ਕਰਕੇ ਸਮਾਜਿਕ ਸੁਰੱਖਿਆ ਪੈਨਸ਼ਨਰਾਂ ਨੂੰ ਕੋਈ ਪਰੇਸ਼ਾਨੀ ਝੱਲਣੀ ਪਵੇ, ਪਰ ਉਹਨਾਂ ਕੋਲੇ ਕੋਈ ਚਾਰਾ ਨਹੀਂ ਹੈ। ਇਸ ਕਰਕੇ ਪਰੇਸ਼ਾਨੀ ਦੇ ਲਈ ਸਰਕਾਰ ਹੀ ਜ਼ਿੰਮੇਵਾਰ ਹੈ। ਪਤਾ ਲੱਗਿਆ ਸੀਗਾ ਕਿ ਹੁਣ ਇਹਨਾਂ ਦੇ ਜਿਹੜੇ ਮਿਨਿਸਟਰੀਅਲ ਕਾਮੇ ਆ, ਉਹਨਾਂ ਮੁਲਾਜ਼ਮਾਂ ਦੀ ਹੜਤਾਲ ਦਾ ਖਮਿਆਜ਼ਾ ਇਹਨਾਂ ਬਜ਼ੁਰਗਾਂ ਨੂੰ, ਜਿਨ੍ਹਾਂ ਦੀ ਗਿਣਤੀ ਤਕਰੀਬਨ 22 ਲੱਖ ਹੈ, ਇਹਨਾਂ ਨੂੰ ਭੁਗਤਣਾ ਪੈ ਰਿਹਾ। ਸਮਾਜ ਦੇ ਵਿੱਚ ਵੱਸਦਾ ਹਰ ਬੰਦਾ ਰਾਈਸ ਨਹੀਂ ਹੈ। ਸਮਾਜ ਦੇ ਵਿੱਚ ਵੱਸਦਾ ਹਰ ਬੰਦਾ ਅਮੀਰ ਨਹੀਂ ਹੈ, ਧਨਾੜ ਨਹੀਂ ਹੈ। ਇੱਥੇ ਬਥੇਰੇ ਲੋਕ ਨੇ ਜਿਨ੍ਹਾਂ ਦਾ ਗੁਜ਼ਰ ਬਸਰ ਇਹਨਾਂ ਪੈਨਸ਼ਨਾਂ ਤੇ ਹੁੰਦਾ। ਬਥੇਰੇ ਲੋਕ ਨੇ ਜਿਨ੍ਹਾਂ ਦੇ ਕੋਲੇ ਕੋਈ ਕੰਮ ਨਹੀਂ ਹੈ। ਬਥੇਰੇ ਲੋਕ ਨੇ ਜਿਨ੍ਹਾਂ ਨੂੰ ਕੋਈ ਸਕੀਮਾਂ ਉਹ ਕਿਸੇ ਲਾਭ ਹੇਠ ਨਹੀਂ ਆਉਂਦੇ। ਸਰਕਾਰ ਦੀਆਂ ਜਿਹੜੀਆਂ ਸਕੀਮਾਂ ਚਲਾਈਆਂ ਜਾਂਦੀਆਂ, ਮਨਰੇਗਾ ਸਕੀਮ ਹੈ ਜਾਂ ਹੋਰ ਸਕੀਮ ਹੈ, ਉਹਦਾ ਲਾਭਪਾਤਰੀ ਹਰ ਕੋਈ ਥੋੜ੍ਹਾ ਹੈ। ਉਹਦੇ ਲਾਭਪਾਤਰੀ ਤਾਂ ਕੁਛ ਕੁ ਲੋਕ ਨੇ, ਤੇ ਉਸ ਤੋਂ ਵੀ ਕੁਛ ਕੁ ਲੋਕ ਉਹ ਨੇ ਜਿਹੜੇ ਹਾਜ਼ਰੀਆਂ ਹੂਜਰੀਆਂ ਲਾ ਕੇ, ਘਪਲੇ ਕਰਕੇ, ਗ੍ਰਾਮ ਸੇਵਕ ਨਾਲ ਮਿਲੀ ਭੁਗਤ ਕਰਕੇ, ਕਦੇ ਪੰਚਾਇਤ ਅਫਸਰ ਨਾਲ ਮਿਲੀ ਭੁਗਤ ਕਰਕੇ ਉਹ ਸਾਰਾ ਪੈਸਾ ਆਪਦੇ ਘਰਾਂ 'ਚ ਢੋ ਰਹੇ ਆ। ਪਰ ਸਾਰੇ ਲੋਕ ਇਸ ਤਰ੍ਹਾਂ ਦੇ ਨਹੀਂ ਹੈਗੇ। ਉਹ ਕੁਛ ਨੇ, ਹਰ ਪਿੰਡ ਦੇ ਵਿੱਚ ਉਹਨਾਂ ਦੀ ਗਿਣਤੀ 5-6 ਹੁੰਦੀ ਹੈ ਜਿਨ੍ਹਾਂ ਦਾ ਅਕਾਲੀ ਦਲ ਦੇ ਵਿੱਚ ਵੀ ਹੱਥ ਅੜਦਾ ਹੁੰਦਾ ਤੇ
ਕਾਂਗਰਸ ਦੇ ਵਿੱਚ ਵੀ, ਆਮ ਆਦਮੀ ਪਾਰਟੀ ਦੇ ਵਿੱਚ ਵੀ ਕਈਆਂ ਦਾ ਹੱਥ ਅੜਦਾ ਹੀ ਹੁੰਦਾ ਹੈ। ਅਫਸਰਾਂ ਦੇ ਨਾਲ ਇਹ ਬੰਦਾ ਇੱਕ ਵਾਰੀ ਜਦੋਂ ਇਹ ਸਿਸਟਮ ਦੇ ਵਿੱਚ ਆ ਜਾਂਦਾ ਨਾ, ਪੰਚਾਇਤੀ ਸਿਸਟਮ ਦੇ ਵਿੱਚ, ਉਹਨੂੰ ਗੱਲ ਕਰਨ ਦਾ ਢੰਗ ਆ ਜਾਂਦਾ। ਉਹਨੂੰ ਪਤਾ ਲੱਗ ਜਾਂਦਾ ਕਿ ਚੋਰ ਮੋਰੀਆਂ ਕਿੱਥੇ ਨੇ। ਅਫਸਰ ਇਹ ਕੁਛ ਭਾਲਦੇ ਆ। ਅਫਸਰਾਂ ਨੂੰ ਪਤਾ ਜੇ 1000 ਰੁਪਏ ਖਾਊ ਤਾਂ ਸਾਡੇ ਸਾਡੇ ਕੋਲੇ 5000 ਆਊ। ਅਫਸਰ ਨੂੰ ਪਤਾ ਜੇ ਪੰਚਾਇਤ ਦਾ ਬੰਦਾ ਜਾਂ ਕੋਈ ਸਰਪੰਚ ਜਾਂ ਕੋਈ ਮੈਂਬਰ ਜੇ ਉਹ 2000 ਖਾਊ ਤਾਂ ਸਾਡੇ 6-7000 ਨੂੰ ਥਾਂ ਕਰ ਦੂਗਾ। ਇਹ ਸਭ ਚੀਜ਼ਾਂ ਇਹ ਨਹੀਂ ਗਾ ਕਿ ਸਿਸਟਮ ਨੂੰ ਪਤਾ ਨਹੀਂ ਹੈ, ਸਭ ਪਤਾ ਹੈ। ਸੋ ਪਰ ਕਿਉਂਕਿ ਇਹ ਚੀਜ਼ਾਂ ਢੱਕੀਆਂ ਨੇ, ਪਰਦੇ ਹੇਠ ਹੋ ਰਹੀਆਂ ਨੇ ਤੇ ਸਾਡਾ ਬਹੁਤ ਵੱਡਾ ਸਰਮਾਇਆ ਇਸ ਰਿਸ਼ਵਤਖੋਰੀ ਦੀ ਭੇਂਟ ਚੜ੍ਹ ਰਿਹਾ, ਇਸ ਮਿਲੀਭੁਗਤ ਦੀ ਭੇਂਟ ਚੜ੍ਹ ਰਿਹਾ। ਪਰ ਬਹੁਤ ਸਾਰੇ ਬਜ਼ੁਰਗ ਆਪਾਂ ਪਿੰਡਾਂ ਦੇ ਵਿੱਚ ਅਜਿਹੇ ਦੇਖੇ ਆ ਜਿਨ੍ਹਾਂ ਨੇ 20-20 ਸਾਲ ਜ਼ਿਮੀਂਦਾਰ ਭਰਾਵਾਂ ਦੇ ਨਾਲ ਸੀਰ ਕੱਟੇ ਆ, ਉਹਨਾਂ ਨੇ ਕਬੀਲਦਾਰੀਆਂ ਕੀਤੀਆਂ, ਪਰ ਆਖਰਲੇ ਵਕਤ ਉਹਨਾਂ ਤੋਂ ਕੰਮ ਨਹੀਂ ਹੁੰਦਾ ਤੇ ਉਹਨਾਂ ਦੇ ਲਈ ਪੈਨਸ਼ਨ ਇੱਕ ਸਹਾਰਾ। ਬਹੁਤ ਸਾਰੇ ਬਜ਼ੁਰਗ ਅਜਿਹੇ ਨੇ ਜਿਨ੍ਹਾਂ ਦੇ ਕੋਲੇ 1.5-2 ਕਿੱਲਾ ਪੈਲੀ ਹੈ, ਕੋਈ 60-70 ਹਜ਼ਾਰ ਠੇਕਾ ਆਉਂਦਾ, ਬੱਚੇ ਪੜ੍ਹਦੇ ਨੇ, ਘਰ ਦੇ ਗੁਜ਼ਰ ਬਸਰ ਨਹੀਂ ਹੁੰਦੇ। ਬਥੇਰੀ ਦੁਨੀਆ ਐਸੀ ਹੈ, ਹਰ ਇੱਕ ਦਾ ਦਾ ਨਹੀਂ ਲੱਗਦਾ, ਜਿਨ੍ਹਾਂ ਦਾ ਲੱਗਦਾ ਉਹ ਬਹੁਤ ਲਾਈ ਜਾਂਦੇ ਨੇ। ਪਰ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਬਜ਼ੁਰਗਾਂ ਦੀ, ਜਿਨ੍ਹਾਂ ਦੀ ਗਿਣਤੀ 3 ਮਿਲੀਅਨ ਦੇ ਕਰੀਬ ਹੈ, ਪੈਨਸ਼ਨਰ ਇਹ ਸਰਕਾਰ ਤੇ ਡਿਪੈਂਡੈਂਟ ਨੇ, ਤੇ ਇਹਨਾਂ ਨੂੰ ਜ਼ਰੂਰ ਇਹਨਾਂ ਦਾ ਜਿਹੜਾ ਗੁਜ਼ਰ ਬਸਰ ਹੈ ਉਹ ਹੋਵੇ ਤੇ ਇਹਨਾਂ ਨੂੰ ਪੈਨਸ਼ਨ ਜ਼ਰੂਰ ਮਿਲਣੀ ਚਾਹੀਦੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਤਾਂਤਰਿਕ ਦੀ। ਬਠਿੰਡਾ ਦੇ ਵਿੱਚ ਨਜ਼ਦੀਕੀ ਪਿੰਡ ਕੋਟ ਫੱਤਾ ਦੇ ਵਿੱਚ ਇੱਕ ਦਲਿਤ ਭੈਣ ਭਰਾ ਦਾ ਬਲੀ ਕਾਂਡ ਵਾਪਰਿਆ ਸੀਗਾ। ਇਹ ਬਲੀ ਕਾਂਡ ਹੁਣ ਮੁੜ ਚਰਚਾ ਦੇ ਵਿੱਚ ਆ ਗਿਆ। ਇਸ ਦੂਹਰੇ ਕਤਲਕਾਂਡ ਦਾ ਸਜ਼ਾ ਜ਼ਾਫਤਾ ਕੈਦੀ ਤੇ ਮੁੱਖ ਦੋਸ਼ੀ ਤਾਂਤਰਿਕ ਲਖਵਿੰਦਰ ਸਿੰਘ ਲੱਖੀ ਆਪਣੀ ਮਾਤਾ ਦੇ ਬਿਮਾਰ ਹੋਣ ਬਾਰੇ ਜਾਲੀ ਦਸਤਾਵੇਜ਼ ਅਦਾਲਤ ਦੇ ਵਿੱਚ ਪੇਸ਼ ਕਰਕੇ ਜ਼ਮਾਨਤ ਲੈਣ ਤੋਂ ਬਾਅਦ ਫਰਾਰ ਹੋ ਗਿਆ। ਅਦਾਲਤ ਨੇ ਉਸ ਨੂੰ ਇਸ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਗਰੋਂ ਐਕਸ਼ਨ ਕਮੇਟੀ ਦੇ ਆਗੂ ਭਾਈ ਪਰਨਜੀਤ ਸਿੰਘ ਜੱਗੀ ਕੋਟ ਫੱਤਾ ਤੇ ਬਲਜਿੰਦਰ ਸਿੰਘ ਕੋਟ ਭਾਰਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਕਿਹਾ ਕਿ ਪੁਲਿਸ ਦੀ ਕਥਿਤ ਅਣਗਹਿਲੀ ਨੇ ਉਹਨਾਂ ਦੀ 6 ਸਾਲ ਦੀ ਮਿਹਨਤ ਨੂੰ ਮਿੰਟਾਂ ਦੇ ਵਿੱਚ ਮਿੱਟੀ ਦੇ ਵਿੱਚ ਮਿਲਾ ਦਿੱਤਾ ਹੈ। ਹੁਣ ਉਹਨਾਂ ਦੇ ਕਿਸੇ ਵੀ ਨੁਕਸਾਨ ਦੇ ਲਈ ਲੱਖੀ ਤੇ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਪਹਿਲਾਂ ਵੀ ਡਾਕ ਦੇ ਰਾਹੀਂ ਧਮਕੀਆਂ ਮਿਲੀਆਂ ਨੇ। ਇਸ ਬਾਰੇ ਥਾਣਾ ਕੋਟ ਫੱਤਾ ਨੂੰ ਪੁਲਿਸ ਸੂਚਿਤ ਕਰਨ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋਈ। ਉਹਨਾਂ ਨੇ ਕਿਹਾ ਕਿ ਲੱਖੀ ਤਾਂਤਰਿਕ ਨੇ ਆਪਣੀ ਤੰਦਰੁਸਤ ਮਾਂ ਬਲਜੀਤ ਕੌਰ ਦਾ ਕੈਂਸਰ ਦਾ ਆਪਰੇਸ਼ਨ ਹੋਣ ਸੰਬੰਧੀ ਹਿਸਾਰ ਹਸਪਤਾਲ ਤੋਂ ਜਾਲੀ ਮੈਡੀਕਲ ਰਿਪੋਰਟ ਬਣਾ ਕੇ ਜ਼ਮਾਨਤ ਲਈ। ਇਸ ਸੰਬੰਧੀ ਪੁਲਿਸ ਨੇ ਜਾਲੀ ਦਸਤਾਵੇਜ਼ਾਂ ਦੀ ਕਥਿਤ ਤੌਰ ਤੇ ਪੜਤਾਲ ਤੱਕ ਨਹੀਂ ਕੀਤੀ। ਲੱਖੀ ਤਾਂਤਰਿਕ ਜ਼ਮਾਨਤ ਤੇ ਬਾਹਰ ਆਉਣ ਮਗਰੋਂ ਮੁੜ ਪੇਸ਼ ਨਾ ਹੋਇਆ। ਉਹਨਾਂ ਤਸਵੀਰਾਂ ਦਿਖਾਉਂਦਿਆਂ ਕਿਹਾ ਕਿ ਉਹਨਾਂ ਦਿਨਾਂ ਦੇ ਵਿੱਚ ਲੱਖੀ ਦੀ ਮਾਂ ਬਲਜੀਤ ਤੰਦਰੁਸਤ ਸੀ ਤੇ ਕੰਮ ਕਰ ਰਹੀ ਸੀ। ਉਹਨਾਂ ਕੋਲ ਇਸ ਦੀਆਂ ਵੀਡੀਓਜ਼ ਵੀ ਨੇ। ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਲੱਖੀ ਜਾਲੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜਣ ਦੀ ਤਾਕ ਦੇ ਵਿੱਚ ਹੈ। ਇਸ ਮੌਕੇ ਨੌਜਵਾਨ ਪ੍ਰਦੀਪ ਸਿੰਘ ਭਾਗੀਵਾਂਦਰ ਜਿਹੜੇ ਕਿ ਇਸ ਮਸਲੇ ਨਾਲ ਜੁੜੇ ਰਹੇ ਨੇ ਉਹ ਵੀ ਹਾਜ਼ਰ ਸਨ। ਤੇ ਉਧਰ ਦੂਜੇ ਪਾਸੇ ਤਾਂਤਰਿਕ ਲਖਵਿੰਦਰ ਸਿੰਘ ਲੱਖੀ ਦੇ ਫਰਾਰ ਹੋਣ ਸੰਬੰਧੀ ਥਾਣਾ ਕੋਟ ਫੱਤਾ ਦੇ ਮੁੱਖ ਅਫਸਰ ਬਲਤੇਜ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਹਾਈ ਕੋਰਟ ਦੇ ਵਿੱਚ ਵਾਰ-ਵਾਰ ਬੇਨਤੀ ਕੀਤੀ ਗਈ ਸੀ ਕਿ ਇਹਨੂੰ ਪੈਰੋਲ ਨਾ ਦਿੱਤੀ ਜਾਵੇ, ਪਰ ਉਹ ਜ਼ਮਾਨਤ ਲੈਣ ਦੇ ਵਿੱਚ ਸਫਲ ਰਿਹਾ। ਹੁਣ ਉਹ ਪੈਰੋਲ ਦਾ ਸਹਾਰਾ ਲੈ ਕੇ ਫਰਾਰ ਹੋ ਗਿਆ ਤੇ ਮੁੜ ਪੇਸ਼ ਨਹੀਂ ਹੋਇਆ। ਐਸਐਚਓ ਨੇ ਕਿਹਾ ਕਿ ਪੁਲਿਸ ਵੱਲੋਂ ਤਾਂਤਰਿਕ ਨੂੰ ਫੜਨ ਦੇ ਲਈ ਉਸ ਦੇ ਟਿਕਾਣਿਆਂ ਤੇ ਲਗਾਤਾਰ ਛਾਪੇ ਮਾਰੇ ਜਾ ਰਹੇ ਨੇ। ਅਸਲ ਦੇ ਵਿੱਚ ਇਹ ਮਾਮਲਾ ਕੀ ਹੈ? ਇਸ ਮਾਮਲੇ ਨੇ ਦੁਨੀਆ ਹਿਲਾ ਕੇ ਰੱਖ ਦਿੱਤੀ ਸੀ। 2014-15 ਦਾ ਸ਼ਾਇਦ ਇਹ ਮਾਮਲਾ ਹੈ। ਕੋਟ ਫੱਤੇ ਦੇ ਵਿੱਚ ਇਹ ਜਿਹੜਾ ਲੱਖੀ ਹੈ, ਇਹਨੇ ਇੱਕ ਦਾਦੀ ਨੂੰ ਤਿਆਰ ਕਰ ਲਿਆ ਕਿ ਜੇਕਰ ਤੇਰੇ ਦੋਹਤਾ ਨਹੀਂ ਹੋ ਰਿਹਾ ਤਾਂ ਤੂੰ ਆਪਣੇ ਪੋਤੇ ਤੇ ਪੋਤੀ ਦੀ ਬਲੀ ਦੇ ਦੇ ਤੇ ਫਿਰ ਤੇਰੀ ਧੀ ਦੇ ਘਰੇ ਦੋਹਤਾ ਕਲਕਾਰੀ ਮਾਰ ਲੂਗਾ ਜਾਂ ਦੋਹਤੀ ਬੱਚਾ ਹੋ ਜਾਊਗਾ। ਕਹਿਣ ਤੋਂ ਭਾਵ ਇਹ ਹੈ ਉਹ ਬੀਬੀ ਅੰਧ ਵਿਸ਼ਵਾਸੀ ਸੀ, ਉਹ ਤਿਆਰ ਹੋ ਗਈ ਤੇ ਉਹਨੇ ਕਿਵੇਂ ਨਾ ਕਿਵੇਂ ਆਪਣੇ ਕਰਕੇ ਆਪਣੇ ਨੂੰਹ ਤੇ ਆਪਣੇ ਪੁੱਤ ਨੂੰ ਵੀ ਰਾਜ਼ੀ ਕਰ ਲਿਆ। ਇਹਨਾਂ ਬੱਚਿਆਂ ਦੀ ਭੂਆ ਵੀ ਸੀ। ਇਹ ਜਿਹੜਾ ਤਾਂਤਰਿਕ ਲੱਖੀ ਆ, ਇਹਨਾਂ ਦੀ ਦਾਦੀ ਬੱਚਿਆਂ ਦੀ ਤੇ ਇਹਨਾਂ ਦੀ ਭੂਆ ਤੇ ਇਹਨਾਂ ਦੇ ਮਾਂ ਪਿਓ ਦੇ ਸਾਹਮਣੇ ਉਹਨਾਂ ਬੱਚਿਆਂ ਨੂੰ ਮਾਰ ਦਿੱਤਾ ਗਿਆ। ਉਹ ਛੋਟੇ-ਛੋਟੇ ਸੀਗੇ, ਸ਼ਾਇਦ ਇੱਕ ਬੱਚਾ 3 ਸਾਲ ਦਾ, 4 ਸਾਲ ਦਾ ਮੁੰਡਾ, ਗੁੜੀਆ ਜਿਹੜੀ ਬੱਚੀ ਹੈ, ਧੀ ਆ, ਉਹ 6-7 ਸਾਲ ਦੀ ਸੀ। ਇਹਨਾਂ 5 ਪਰਿਵਾਰਕ ਜੀਆਂ ਦੇ ਸਾਹਮਣੇ ਇਸ ਲੱਖੀ ਨੇ ਉਹਨਾਂ ਮਾਸੂਮ ਬੱਚਿਆਂ ਨੂੰ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਸੀ, ਉਹਨਾਂ ਨੂੰ ਮਾਰਤਾ, ਕਤਲ ਕਰਤਾ, ਗਲ ਵੜਤੇ ਉਹਨਾਂ ਦੇ। ਉਸ ਤੋਂ ਬਾਅਦ ਰੌਲਾ ਪੈ ਗਿਆ ਗਵਾਂਢੀਆਂ, ਇਹ ਕਹਿੰਦਾ ਮੈਂ ਇਹਨਾਂ ਨੂੰ ਜਿਉਂਦੇ ਕਰ ਦੂੰ। ਜਿਉਂਦੇ ਹੁਣ ਜਿਹੜਾ ਬੰਦੇ ਦਾ ਕਤਲ ਹੀ ਹੋ ਗਿਆ, ਜਿਉਂਦਾ ਥੋੜ੍ਹਾ ਹੋਊਗਾ। ਉਸ ਤੋਂ ਬਾਅਦ ਰੌਲਾ ਪੈ ਗਿਆ, ਗਵਾਂਢੀਆਂ ਨੇ ਚੱਕ ਕੇ ਮਾਮਲਾ ਪੁਲਿਸ ਕੋਲ ਲਿਆਂਦਾ। ਪੁਲਿਸ ਨੇ ਜਦੋਂ ਤਹਿਕੀਕਾਤ ਕੀਤੀ ਤਾਂ ਪਤਾ ਲੱਗਿਆ ਕਿ ਇਹ ਬੱਚਿਆਂ ਦੀ ਦਾਦੀ ਤੇ ਇਹਨਾਂ ਦੀ ਭੂਆ ਇਸ ਤਾਂਤਰਿਕ ਦੇ ਨਾਲ ਰਲੀਆਂ ਹੋਈਆਂ ਸੀ। ਦੋਸ਼ ਤਾਂ ਹੋਰ ਵੀ ਬਹੁਤ ਗਾਂ ਲੱਗੇ ਕਿ ਉਹਨਾਂ ਦੇ ਕਰੈਕਟਰ ਨੂੰ ਲੈ ਕੇ ਵੀ ਗੱਲਾਂ ਕਈ ਉੱਠੀਆਂ। ਚਲੋ ਖੈਰ, ਆਪਾਂ ਉਹਨਾਂ ਗੱਲਾਂ 'ਚ ਨਹੀਂ ਪੈਂਦੇ। ਦੋਸ਼ ਇਹ ਲੱਗਿਆ ਕਿ ਇਹਨਾਂ ਦੀ ਬੱਚਿਆਂ ਦੀ ਜਿਹੜੀ ਦਾਦੀ ਸੀ ਉਹ ਤਾਂਤਰਿਕ ਦੇ ਗੱਲਾਂ ਦੇ ਵਿੱਚ ਆ ਗਈ, ਉਹਨੂੰ ਵਰਗਲਾ ਲਿਆ ਗਿਆ। ਉਸ ਤੋਂ ਬਾਅਦ ਉਹਨੇ ਆਪਣੇ ਨੂੰਹ ਨੂੰ ਰਾਜ਼ੀ ਕੀਤਾ ਧੱਕੇ ਦੇ ਨਾਲ, ਫਿਰ ਉਹਨੇ ਆਪਣੇ ਪੁੱਤ ਨੂੰ ਰਾਜ਼ੀ ਕੀਤਾ ਕਿ ਬੱਚਿਆਂ ਨੂੰ ਕੁਛ ਨਹੀਂ ਹੋਣਾ, ਤਾਂਤਰਿਕ ਕਹਿ ਰਿਹਾ ਕਿ ਮੈਂ ਇਹਨਾਂ ਨੂੰ ਜਿਉਂਦੇ ਕਰ ਦੂੰ।
ਸੋ ਮਾਸੂਮ ਬੰਦੇ ਉਹ ਮੰਨ ਗਏ ਤਾਂਤਰਿਕ ਦੀ ਗੱਲ, ਪਤਾ ਨਹੀਂ ਕੀ ਉਹਨਾਂ ਦੇ ਦਿਮਾਗ 'ਤੇ ਉਦੋਂ ਆਈ ਗੱਲ। ਪਰ ਇੱਕ ਬੱਚਾ ਤਾਂ ਪੈਦਾ ਕੀ ਹੋਣਾ ਸੀ ਕਿਉਂਕਿ ਅੰਧ ਵਿਸ਼ਵਾਸ ਸੀਗਾ, ਪਰ ਜਿਹੜੇ 2 ਘਰੇ ਸੀਗੇ ਉਹ ਵੀ ਬੱਚੇ ਇਸ ਤਾਂਤਰਿਕ ਨੇ ਮਾਰ ਲਏ, ਮਾਰ ਦਿੱਤੇ। ਸਜ਼ਾ ਹੋਈ, ਉਮਰ ਕੈਦ ਹੋਈ। ਦੂਜਿਆਂ ਨੂੰ ਵੀ ਹੋਈ ਹੈ, ਦੂਜਿਆਂ ਨੂੰ ਮੈਨੂੰ ਯਾਦ ਨਹੀਂ ਕਿੰਨੀ-ਕਿੰਨੀ ਹੋਈ ਹੈ। ਦੂਜਿਆਂ ਨੂੰ ਵੀ ਸਜ਼ਾ ਹੋਈ ਹੈ, ਪਰ ਹੁਣ ਇਹ ਬੰਦਾ ਪੈਰੋਲ ਲੈ ਕੇ ਫਰਾਰ ਹੋ ਗਿਆ, ਜ਼ਮਾਨਤ ਲੈ ਕੇ ਫਰਾਰ ਹੋ ਗਿਆ। ਜਿਹੜੇ ਆਪਾਂ ਬੰਦੀ ਸਿੰਘਾਂ ਦੇ ਮਾਮਲੇ 'ਚ ਹਮੇਸ਼ਾ ਗੱਲ ਕਰਦੇ ਹਾਂ ਕਿ ਡੇਰਾ ਸਿਰਸਾ ਮੁਖੀ 2-2 ਮਾਮਲਿਆਂ 'ਚ ਉਮਰ ਕੈਦ ਦਾ ਦੋਸ਼ੀ ਹੈ, 20-20 ਸਾਲਾਂ ਦੇ ਲਈ ਵੱਜਿਆ ਹੋਇਆ ਉਹ। ਵੱਜਿਆ ਕਹਿ ਦਿੰਦੇ ਜਿਹਨੂੰ ਸਜ਼ਾ ਹੋਈ ਹੋਵੇ ਪੰਜਾਬ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ। ਉਹ ਬੰਦੇ ਨੂੰ 7-8 ਵਾਰ ਪੇਰੋਲ ਮਿਲ ਗਈ ਹੈ। ਸਿਸਟਮ ਉਹੀ ਹੈ, ਸਾਰਾ ਕੁਛ ਉਹੀ ਹੈ। ਸਜ਼ਾ ਜ਼ਾਬਤਾ ਨੇ, ਚਲੋ ਠੀਕ ਹੈ ਸਜ਼ਾਵਾਂ ਤੁਸੀਂ ਦੇ ਦਿੱਤੀਆਂ, ਪੂਰੀਆਂ ਕਰਨ ਤੇ ਤਾਂ ਛੱਡੋ। ਇੱਕ ਬੰਦਾ ਪੱਤਰਕਾਰ ਨੂੰ ਕਤਲ ਕਰਦਾ ਹੈ, ਇੱਕ ਬੰਦਾ ਬਲਾਤਕਾਰ ਦਾ ਦੋਸ਼ੀ ਹੈ, ਇੱਕ ਬੰਦਾ 20-20 ਸਾਲਾਂ ਲਈ ਵੱਜਿਆ ਹੋਇਆ ਵੱਖ-ਵੱਖ ਮਾਮਲਿਆਂ ਦੇ ਵਿੱਚ। ਉਹਨੂੰ ਤੁਸੀਂ 6 ਵਾਰ ਪੈਰੋਲ ਦੇ ਰਹੇ ਹੋ, 6 ਵਾਰ ਉਹ ਬਾਹਰ ਆ ਰਿਹਾ ਔਰ ਆਲੀਸ਼ਾਨ ਜ਼ਿੰਦਗੀ ਜਿਉ ਰਿਹਾ, ਬੜੇ ਇਤਮਾਨਾਨ ਦੇ ਨਾਲ। ਉਹਨੂੰ ਕੋਈ ਚੱਕਰ ਨਹੀਂ ਹੈ, ਸੋਸ਼ਲ ਮੀਡੀਆ ਤੇ ਲਾਈਵ ਹੋ ਰਿਹਾ ਔਰ ਇੱਕ ਬੰਦਾ ਸਿਰਫ ਜਜ਼ਬਾਤੀ ਹੋ ਕੇ, ਉਹ ਕੋਈ ਉਹਦਾ ਕ੍ਰਿਮੀਨਲ ਬੈਕਗਰਾਉਂਡ ਨਹੀਂ ਸੀਗਾ। ਸਿਰਫ ਉਹਦੀ ਕੌਮ ਦਾ ਦਰਦ ਸੀ ਉਹਦੇ ਮਨ ਦੇ ਵਿੱਚ। ਉਹਨੇ ਆਪਦੇ ਲੋਕਾਂ ਤੇ ਹੋਏ ਜ਼ੁਲਮ ਦੇ ਬਦਲੇ ਭਾਵਨਾਤਮਕ ਤੌਰ ਤੇ ਕੋਈ ਸਟੈਪ ਚੁੱਕਿਆ। ਉਹਦਾ ਨਾ ਪਿਓ ਕ੍ਰਿਮੀਨਲ ਸੀ, ਨਾ ਉਹਦਾ ਚਾਚਾ, ਨਾ ਉਹਦਾ ਤਾਇਆ, ਨਾ ਉਹਦਾ ਮਾਮਾ, ਨਾ ਉਹਦਾ ਫੁੱਫੜ। ਪਰ ਕਿਉਂਕਿ ਉਹ ਬੰਦਾ ਜਜ਼ਬਾਤੀ ਸੀ, ਉਹਨੂੰ ਕੌਮ ਦੇ ਦਰਦ ਨੇ ਉਹਨੂੰ ਝੰਜੋੜਿਆ। ਉਹ ਬੰਦੇ ਨੇ ਕੋਈ ਸਟੈਪ ਚੁੱਕਿਆ, ਉਹਨੂੰ ਸਜ਼ਾ ਹੋ ਗਈ, ਪਰ ਉਹਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਨਹੀਂ ਛੱਡਿਆ ਜਾ ਰਿਹਾ। ਇਸੇ ਕਰਕੇ ਆਪਾਂ ਇਹਨਾਂ ਗੱਲਾਂ ਉੱਤੇ ਚਰਚਾ ਕਰਦੇ ਰਹੇ ਨੇ ਤੇ ਇੱਧਰ ਆ ਪਖੰਡੀ ਜਿਨ੍ਹਾਂ ਨੇ ਲੋਕਾਂ ਦੇ ਘਰ ਪੱਟ ਤੇ, ਜਿਨ੍ਹਾਂ ਨੇ ਲੋਕਾਂ ਦੇ ਬੱਚੇ ਤੱਕ ਨਹੀਂ ਛੱਡੇ, ਇਹ 6-6 ਮਹੀਨੇ, 6-6 ਸਾਲ ਕੱਟ ਕੇ ਜਾਂ 5-5 ਸਾਲ ਕੱਟ ਕੇ ਦੇ ਜ਼ਮਾਨਤ ਤੇ ਬਾਹਰ ਆ ਕੇ ਤੇ ਫਰਾਰ ਹੋ ਗਏ। ਹੁਣ ਸੁਣਦੇ ਹਾਂ ਵੀ ਪਾਸਪੋਰਟ ਵੀ ਜਾਲੀ ਬਣਾ ਲਿਆ ਤੇ ਉਸ ਤੋਂ ਬਾਅਦ ਫਰਾਰ ਹੋ ਜਾਣਾ। ਸੋ ਪਖੰਡਵਾਦ ਨੇ, ਇਸ ਕੂੜਵਾਦ ਨੇ ਸਾਡੇ ਸਮਾਜ ਦਾ ਬਹੁਤ ਨੁਕਸਾਨ ਕੀਤਾ। 2 ਮਿਸਾਲਾਂ ਤੁਹਾਨੂੰ ਮੈਂ ਦੇ ਚੁੱਕਿਆ ਇੱਕੋ ਹੀ ਖਬਰ ਦੇ ਵਿੱਚ। ਇੱਥੇ ਇੱਕ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਪਾਰ ਖਬਰਾਂ ਹੋਰ ਵੀ ਨੇ ਕਿ ਤੁਸੀਂ ਉਮੀਦ ਕਰ ਸਕਦੇ ਹੋ, ਤੁਸੀਂ ਤਵੱਕੋ ਕਰ ਸਕਦੇ ਹੋ ਕਿ ਇੱਕ ਬੀਬੀ ਜੱਜ ਦੀ ਕੁਰਸੀ ਤੇ ਬੈਠੀ ਹੋਵੇ ਤੇ ਉਹ ਚੀਫ ਜਸਟਿਸ ਨੂੰ ਪੱਤਰ ਲਿਖੇ ਕਿ ਮੈਨੂੰ ਮਰਨ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਮੈਂ ਹੁਣ ਰਹਿ ਨਹੀਂ ਸਕਦੀ। ਮੇਰੇ ਨਾਲ ਸ਼ੋਸ਼ਣ ਹੋ ਰਿਹਾ, ਮੇਰਾ ਫਿਜ਼ੀਕਲੀ ਸ਼ੋਸ਼ਣ ਕੀਤਾ ਜਾ ਰਿਹਾ, ਜਿਸਮਾਨੀ ਤੌਰ ਤੇ ਮੇਰਾ ਮੈਂਟਲੀ ਸ਼ੋਸ਼ਣ ਕੀਤਾ ਜਾ ਰਿਹਾ ਤੇ ਹੁਣ ਮੈਨੂੰ ਇਸ ਦੁਨੀਆ ਤੇ ਰਹਿਣਾ ਔਖਾ ਹੈ। ਬੀਬੀ ਖੁਦ ਜੱਜ ਹੈ, ਕਿੱਥੇ ਹੈ? ਉੱਤਰ ਪ੍ਰਦੇਸ਼ ਦੇ ਵਿੱਚ। ਪੂਰੀ ਖਬਰ ਤੇ ਚਰਚਾ ਕਰਾਂਗੇ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਯੂਪੀ ਦੇ ਜੱਜ ਦੇ ਬਾਰੇ ਆਪਾਂ ਗੱਲਬਾਤ ਕੀਤੀ ਸੀ। ਅਸਲ ਦੇ ਵਿੱਚ ਮਸਲਾ ਕੀ ਆ? ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਵਿੱਚ ਤੈਨਾਤ ਨੇ ਇੱਕ ਔਰਤ ਜੱਜ ਤੇ ਉਹਨਾਂ ਨੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੂੰ ਪੱਤਰ ਲਿਖ ਕੇ ਜ਼ਿਲ੍ਹਾ ਜੱਜ ਉੱਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਤੇ ਆਪਣੀ ਜ਼ਿੰਦਗੀ ਨੂੰ ਸਨਮਾਨਿਤ ਤਰੀਕੇ ਦੇ ਨਾਲ ਖਤਮ ਕਰਨ ਦੀ ਇਜਾਜ਼ਤ ਮੰਗੀ ਹੈ। ਇਸ ਤੋਂ ਬਾਅਦ ਚੀਫ ਜਸਟਿਸ ਚੰਦਰਚੂੜ ਨੇ ਇਲਾਹਾਬਾਦ ਹਾਈ ਕੋਰਟ ਪ੍ਰਸ਼ਾਸਨ ਤੋਂ ਜਾਂਚ ਦੀ ਸਥਿਤੀ ਤੇ ਰਿਪੋਰਟ ਮੰਗੀ ਹੈ। ਇੱਕ ਬੀਬੀ ਜੱਜ ਦੀ ਕੁਰਸੀ ਤੇ ਬੈਠੀ ਹੈ ਤੇ ਉਹ ਖੁਦ ਇਹਨਾਂ ਚੀਜ਼ਾਂ ਦਾ ਸ਼ਿਕਾਰ ਆ, ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਮੁਆਸ਼ਰੇ ਦੇ ਵਿੱਚ, ਇਸ ਜ਼ਮਾਨੇ ਦੇ ਵਿੱਚ, ਇਸ ਸਮਾਜ ਦੇ ਵਿੱਚ ਹੋਰ ਆਮ ਔਰਤਾਂ ਦਾ ਕੀ ਹਾਲ ਹੁੰਦਾ ਹੋਊਗਾ। ਵੱਖ-ਵੱਖ ਫੋਰਸਿਸ ਦੇ ਵਿੱਚ, ਵੱਖ-ਵੱਖ ਅਦਾਰਿਆਂ ਦੇ ਵਿੱਚ ਆਪਾਂ ਹਮੇਸ਼ਾ ਇਹ ਗੱਲਾਂ ਸੁਣਦੇ ਹਾਂ ਕਿ ਜਿਹੜੇ ਉੱਚ ਅਹੁਦਿਆਂ ਤੇ ਬੈਠੇ ਕੁਛ ਕੁ ਲੋਕ ਨੇ, ਸਾਰੇ ਨਹੀਂ, ਉਹ ਇਹਨਾਂ ਚੀਜ਼ਾਂ ਆਪਣੀ ਤਾਕਤ ਦਾ, ਆਪਣੇ ਜਿਹੜਾ ਉਹਨਾਂ ਦਾ ਅਹੁਦਾ ਹੁੰਦਾ ਉਹਦਾ ਲਾਹਾ ਲੈ ਕੇ ਕੁਝ ਬੀਬੀਆਂ ਨੂੰ, ਕੁਝ ਭੈਣਾਂ ਨੂੰ ਤੰਗ ਕਰਦੇ ਨੇ, ਪਰੇਸ਼ਾਨ ਕਰਦੇ ਨੇ। ਸੋ ਹੁਣ ਇਸ ਔਰਤ ਜੱਜ ਨੇ ਪੱਤਰ ਲਿਖਿਆ ਕਿ ਮੈਨੂੰ ਮਰਨ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਮੈਂ ਹੁਣ ਹੋਰ ਜਿਉ ਨਹੀਂ ਸਕਦੀ। ਇਸ ਖਬਰ ਦੇ ਬਾਬਤ ਆਪਾਂ ਤਫਸੀਲ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਜੁਡੀਸ਼ੀਅਰੀ ਦੇ ਵਿੱਚ ਕਦੋਂ-ਕਦੋਂ, ਕਿਹਦੇ-ਕਿਹਦੇ ਉੱਤੇ ਐਲੀਗੇਸ਼ਨ ਲੱਗੇ ਨੇ ਜਾਂ ਕਿਸ ਤਰ੍ਹਾਂ ਦੇ ਐਲੀਗੇਸ਼ਨ ਲੱਗੇ ਨੇ। ਇੱਥੇ ਤਾਂ ਇੱਕ ਜੱਜ ਨੇ ਇੱਥੋਂ ਤੱਕ ਵੀ ਦੋਸ਼ ਲਾਏ ਨੇ ਕਿ ਕਿਉਂਕਿ ਮੈਂ ਦਲਿਤ ਭਾਈਚਾਰੇ ਤੋਂ ਆਉਣਾ, ਇਸ ਕਰਕੇ ਮੇਰੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਸ਼ਾਇਦ ਉਹਨਾਂ ਦਾ ਨਾਮ ਕ੍ਰਿਸ਼ਨਨ ਹੈ, ਮੈਨੂੰ ਚੰਗੀ ਤਰ੍ਹਾਂ ਯਾਦ ਹੈ 2016 ਦੇ ਵਿੱਚ ਉਹਨਾਂ ਨੇ ਇਹ ਮਸਲਾ ਉਠਾਇਆ ਸੀਗਾ। ਕ੍ਰਿਸ਼ਨਨ ਉਹਨਾਂ ਦਾ ਨਾਮ ਹੈ ਤੇ ਉਹਨਾਂ ਨੇ ਆਪਣੀ ਹੀ ਅਦਾਲਤ ਦੇ ਵਿੱਚ, ਸ਼ਾਇਦ ਉਹ ਮਦਰਾਸ ਹਾਈ ਕੋਰਟ ਦਾ ਮਾਮਲਾ ਸੀ ਜਾਂ ਤਾਮਿਲਨਾਡੂ ਦੀ ਕਿਸੇ ਕੋਰਟ ਦਾ ਮਾਮਲਾ ਸੀਗਾ। ਉਹਨਾਂ ਨੇ ਦੋਸ਼ ਲਾਇਆ ਸੀਗਾ ਕਿ ਮੇਰੇ ਜਿਹੜੇ ਸਹਿ ਜੱਜ ਨੇ, ਜਿਹੜੇ ਮੇਰੇ ਨਾਲ ਕੰਮ ਕਰਦੇ ਨੇ, ਉਹ ਮੇਰੇ ਨਾਲ ਇਸ ਜਾਤ ਆਧਾਰ ਤੇ ਵਿਤਕਰਾ ਕਰਦੇ ਨੇ। ਸੋ ਇਸ ਤੋਂ ਬਾਅਦ ਉਹਨਾਂ ਨੇ ਇੱਕ ਐਲੀਗੇਸ਼ਨ ਇਹ ਵੀ ਲਾਇਆ ਸੀਗਾ ਕਿ ਮੈਨੂੰ ਇਸ ਕਰਕੇ ਜਿਹੜਾ ਉਹ ਅਗਲਾ ਉੱਚ ਅਹੁਦਾ ਨਹੀਂ ਦਿੱਤਾ ਗਿਆ ਕਿਉਂਕਿ ਮੈਂ ਦਲਿਤ ਭਾਈਚਾਰੇ ਤੋਂ ਹਾਂ ਤੇ ਮੇਰੇ ਨਾਲ ਇਹ ਵਿਤਕਰਾ ਕੀਤਾ ਗਿਆ। ਖੈਰ ਉਸ ਮਾਮਲੇ ਦੇ ਵਿੱਚ ਸ਼ਾਇਦ ਉਹ ਦੋਸ਼ੀ ਪਾਏ ਗਏ ਸਨ ਅਦਾਲਤ ਦੀ ਮਾਣਹਾਨੀ ਦੇ ਮਾਮਲੇ ਦੇ ਵਿੱਚ ਤੇ ਫਿਰ ਉਹਨਾਂ ਨੂੰ ਸਜ਼ਾ ਵੀ ਹੋਈ ਸੀਗੀ। ਦੂਜਾ ਜਿਹੜਾ ਦੋਸਤ ਸੀਗਾ ਉਹਦੇ ਬਾਰੇ ਕਦੇ ਕਿਸੇ ਨੇ ਕੋਈ ਮੂੰਹ ਨਹੀਂ ਸੀ ਖੋਲ੍ਹਿਆ, ਕਦੇ ਉਸ ਚੀਜ਼ ਨੂੰ ਮੂੰਹ ਖੋਲ੍ਹਣਾ ਤਾਂ ਦੂਰ ਦੀ ਗੱਲ, ਉਹਦਾ ਵਿਰੋਧ ਤਾਂ ਬਹੁਤ ਦੂਰ ਦੀ ਗੱਲ ਹੈ। ਕਦੇ ਉਸ ਬਾਰੇ ਉਹਨੂੰ ਕੰਡੈਮ ਵੀ ਮਾਫ਼ ਕਰਨਾ, ਕਦੇ ਉਸਨੂੰ ਕਾਊਂਟਰ ਵੀ ਨਹੀਂ ਕੀਤਾ, ਕਦੇ ਉਸਨੂੰ ਇਹ ਵੀ ਨਹੀਂ ਕਿਹਾ ਕਿ ਇਹ ਗਲਤ ਕਹਿ ਰਹੇ ਨੇ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਪੁਲਿਸ ਦੇ ਸਾਬਕਾ ਨੌਜਵਾਨ ਦੀ, ਜਿਹਦੀ ਇਹ ਜਿਹੜੀ ਹਾਈਟ ਆ ਉਹ ਤਕਰੀਬਨ 7 ਫੁੱਟ 6 ਇੰਚ ਹੈ। ਹੁਣ ਉਹਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਮਸ਼ਹੂਰ ਜਗਦੀਪ ਸਿੰਘ ਉਰਫ ਦੀਪ ਸਿੰਘ, ਜਿਹੜਾ ਕਿ ਪੰਜਾਬ ਦੇ ਵਿੱਚ 7.5 ਫੁੱਟ ਲੰਬਾ ਕਾਂਸਟੇਬਲ ਸੀਗਾ, ਉਹਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਦੀਪ ਸਿੰਘ ਦੀ ਗ੍ਰਿਫਤਾਰੀ ਤਰਨਤਾਰਨ ਤੋਂ ਹੋਈ ਹੈ ਤੇ ਉਹ ਅਮਰੀਕਾ ਦੇ ਗੌਟ ਟੈਲੈਂਟ ਦੇ ਵਿੱਚ ਵੀ ਹਿੱਸਾ ਲੈ ਚੁੱਕਿਆ ਹੈ। ਉੱਥੇ ਉਸਨੇ ਗੱਤਕਾ ਖੇਡ ਦਾ ਪ੍ਰਦਰਸ਼ਨ ਕੀਤਾ ਸੀ। ਫਿਲਹਾਲ ਉਹ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੀ ਨੌਕਰੀ ਛੱਡ ਚੁੱਕਿਆ ਹੈ। ਦਰਅਸਲ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਸਰਹੱਦ ਪਾਰ ਤੋਂ 500 ਗ੍ਰਾਮ ਹੈਰੋਇਨ ਦੀ ਸਪੁਰਦਗੀ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤਰਨਤਾਰਨ ਦੇ ਵਿੱਚ ਗੁਪਤ ਆਪਰੇਸ਼ਨ ਸ਼ੁਰੂ ਕੀਤਾ। ਇਸੇ ਦੌਰਾਨ ਦੀਪ ਸਿੰਘ ਆਪਣੀ ਬਲੈਰੋ ਕਾਰ ਦੇ ਵਿੱਚ ਉੱਥੇ ਪਹੁੰਚ ਗਿਆ। ਪੁਲਿਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਹਦੇ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਦੌਰਾਨ ਦੀਪ ਦੇ 2 ਸਾਥੀ ਵੀ ਉਹਦੇ ਨਾਲ ਸਨ, ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਦੀਪ ਸਿੰਘ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੇ ਅਹੁਦੇ ਤੇ ਰਹਿ ਚੁੱਕੇ ਨੇ, ਪਰ ਕੁਝ ਸਮਾਂ ਪਹਿਲਾਂ ਉਹਨਾਂ ਨੇ ਪਰਿਵਾਰਕ ਕਾਰਨਾਂ ਕਰਕੇ ਉਹਨਾਂ ਦਾ ਹਵਾਲਾ ਦੇ ਕੇ ਨੌਕਰੀ ਛੱਡ ਦਿੱਤੀ ਸੀ। 7.5 ਫੁੱਟ ਦੇ ਇਸ ਜਵਾਨ ਕਰਕੇ, ਆਪਣੇ ਕੱਦ ਕਰਕੇ ਪੰਜਾਬ ਦੇ ਵਿੱਚ ਕਾਫੀ ਮਸ਼ਹੂਰ ਸੀ। ਕੁਝ ਸਮੇਂ ਬਾਅਦ ਉਸਨੇ ਮੁੜ ਅਮਰੀਕਾ ਜਾਣਾ ਸੀ, ਪਰ ਉਹ ਪਹਿਲਾਂ ਹੀ ਫੜਿਆ ਗਿਆ। ਪੁਰਾਣਾ ਪੁਲਿਸ ਮੁਲਾਜ਼ਮ ਹੋਣ ਦੇ ਬਾਵਜੂਦ ਦੀਪ ਸਿੰਘ ਨੂੰ ਕਦੇ ਵੀ ਚੌਂਕੀਆਂ ਤੇ ਪੁੱਛਗਿੱਛ ਦੇ ਲਈ ਨਹੀਂ ਰੋਕਿਆ ਗਿਆ। ਉਹ ਹੈਰੋਇਨ ਦੀ ਤਸਕਰੀ ਦੇ ਲਈ ਆਪਣੇ ਮਸ਼ਹੂਰ ਚਿਹਰੇ ਦੀ ਵਰਤੋਂ ਕਰ ਰਿਹਾ ਸੀ। ਫਿਲਹਾਲ ਉਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਹੋਈਆਂ ਡਿਲੀਵਰੀਆਂ ਦੇ ਵੇਰਵੇ ਵੀ ਮੰਗੇ ਜਾ ਰਹੇ ਨੇ। ਜਲਦ ਹੀ ਪੁਲਿਸ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ। ਸੋ ਪਤਾ ਕੋਈ ਨਹੀਂ, ਤੁਹਾਡੀ ਪ੍ਰਸਿੱਧੀ, ਤੁਸੀਂ ਉਸ ਪ੍ਰਸਿੱਧੀ ਨੂੰ ਕਿੰਨਾ ਕੁ ਚਿਰ ਰੱਖ ਸਕਦੇ ਹੋ, ਮੇਨਟੇਨ ਰੱਖ ਸਕਦੇ ਹੋ, ਕਿੰਨਾ ਕੁ ਚਿਰ ਉਹਨੂੰ ਬਰਕਰਾਰ ਰੱਖ ਸਕਦੇ ਹੋ। ਪਰ ਕੋਈ ਵੀ ਕੀਤਾ ਇੱਕ ਵੀ ਗੈਰ ਸਮਾਜੀ ਕੰਮ, ਗੈਰ ਕਾਨੂੰਨੀ ਕੰਮ ਤੁਹਾਡੀ ਉਸ ਪੂਰੀ ਛਵੀ ਨੂੰ ਬਰਬਾਦ ਕਰਕੇ ਰੱਖ ਦਿੰਦਾ, ਉਸ ਨੂੰ ਤਹਿਸ-ਨਹਿਸ ਕਰ ਦਿੰਦਾ। ਸੋ ਇਹਨੇ ਦੁਬਾਰਾ ਅਮਰੀਕਾ ਆਉਣਾ ਸੀ, ਪਰ ਹੁਣ ਕਿਉਂਕਿ ਕੇਸ ਪੈ ਗਿਆ, ਹੁਣ ਸ਼ਾਇਦ ਇਸ ਚੀਜ਼ ਨੂੰ ਟਾਈਮ ਲੱਗ ਜਾਣਾ, ਪਰ ਪਰਿਵਾਰਕ ਕਾਰਨਾਂ ਕਰਕੇ ਨੌਕਰੀ ਛੱਡੀ ਸੀ। ਹੁਣ ਕਈ ਲੋਕ ਇਹਦੇ ਪਿੱਛੇ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕਿ ਨੌਕਰੀ ਤੋਂ ਓਨਾ ਬਣ ਨਹੀਂ ਸੀ ਰਿਹਾ ਜਿੰਨਾ ਇੱਧਰੋਂ ਬਣ ਰਿਹਾ ਸੀ, ਇਸ ਕਰਕੇ ਸ਼ਾਇਦ ਉਹ ਨੌਕਰੀ ਛੱਡੀ ਗਈ ਸੀ। ਪਰ ਦੀਪ ਸਿੰਘ, ਜਿਹੜਾ ਕਿ ਅਕਸਰ ਹੀ ਸੋਸ਼ਲ ਮੀਡੀਆ ਤੇ ਆਕਰਸ਼ਣ ਦਾ ਕੇਂਦਰ, ਖਿੱਚ ਦਾ ਕੇਂਦਰ ਰਹਿੰਦਾ ਸੀ, ਉਹ ਹੁਣ ਇੱਕ
ਕੇਸ ਨਸ਼ੇ ਦੀ ਤਸਕਰੀ ਵਰਗੇ ਕੇਸ ਦਾ ਸਾਹਮਣਾ ਕਰੂਗਾ। ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੱਕ ਹੋਰ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਪਾਰ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜਿਨ੍ਹਾਂ ਦੇ ਨਾਲ ਤੁਸੀਂ ਜਿਹੜੇ ਕਿ ਤੁਹਾਨੂੰ ਜਾਣਕਾਰੀਆਂ ਦੇਣਗੇ ਬਿਮਾਰੀਆਂ ਦੇ ਇਲਾਜ ਦੇ ਬਾਰੇ, ਤੇ ਉਹਨਾਂ ਦੇ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ। ਉਹ ਆਪਣਾ ਨੰਬਰ ਵੀ ਆਖਰਲੇ ਹਿੱਸੇ ਦੇ ਵਿੱਚ ਛੱਡ ਕੇ ਜਾਂਦੇ ਨੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।